140 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏ MBA ਐਡਮਿਸ਼ਨ ਸਕੈਮ ਦੀ ਪਹਿਲੀ ਰਿਪੋਰਟ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਸਾਨੂੰ ਕਈ ਦੋਸਤਾਂ ਦੇ ਫੋਨ ਵੀ ਆਏ, ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕਈ ਪ੍ਰੋਫੈਸਰਸ ਦੇ ਫੋਨ ਵੀ ਆਏ ਤੇ ਕਈ ਸੱਜਣਾ ਮਿੱਤਰਾਂ ਨੇ ਸਿਫਾਰਿਸ਼ ਵੀ ਪਾਈ ਤੇ ਕਿਹਾ ਵੀ ਸਟੋਰੀ ਨੂੰ ਰੋਕ ਦਿੱਤਾ ਜਾਵੇ ਜਾਂ ਫਿਰ ਅਗਲੀ ਖਬਰ ਨਾ ਕੀਤੀ ਜਾਵੇ, ਪਰ ਸਾਡਾ ਜ਼ਮੀਰ ਤੇ ਸਾਡੇ ਅਸੂਲ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਅਸੀਂ ਉਹ ਲੋਕ ਹਾਂ ਜੋ ਬੇਸ਼ੱਕ ਪਬਲਿਕ ਮਨੀ ਦੇ ਵਿੱਚੋਂ ਤਨਖਾਹ ਨਹੀਂ ਲੈਂਦੇ, ਜੋ ਦੇਸ਼ ਦਾ ਨਮਕ ਖਾ ਕੇ ਦੇਸ਼ ਦੇ ਨਾਲ ਨਮਕ ਹਰਾਮੀ ਨਹੀਂ ਕਰਦੇ। ਉਹਨਾਂ ਲੋਕਾਂ ਦੀ ਤਰ੍ਹਾਂ ਜੋ ਪਬਲਿਕ ਮਨੀ ਦੇ ਵਿੱਚੋਂ ਤਨਖਾਹਾਂ ਵੀ ਲੈ ਰਹੇ ਨੇ ਤੇ ਉਸ ਦੇਸ਼ ਦਾ ਨਮਕ ਵੀ ਖਾ ਰਹੇ ਨੇ ਤੇ ਅਫਸੋਸ ਉਸੇ ਦੇਸ਼ ਦਾ ਨਮਕ ਖਾ ਕੇ ਉਸ ਨਾਲ ਨਮਕ ਹਰਾਮੀ ਵੀ ਕਰ ਰਹੇ ਨੇ। ਵੈਸੇ ਐਸੇ ਲੋਕਾਂ ਨੂੰ ਮੇਰੇ ਹਿਸਾਬ ਨਾਲ ਗੱਦਾਰ ਵੀ ਕਹਿੰਦੇ ਨੇ, ਪਰ ਤੁਹਾਡੀ ਸਮਝ ਦੇ ਹਿਸਾਬ ਨਾਲ ਐਸੇ ਲੋਕਾਂ ਨੂੰ ਜੋ ਦੇਸ਼ ਦਾ ਨਮਕ ਖਾ ਕੇ ਦੇਸ਼ ਦੇ ਨਾਲ ਹੀ ਨਮਕ ਹਰਾਮੀ ਕਰਦੇ ਨੇ ਕੀ ਕਹਿੰਦੇ ਨੇ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ MBA ਐਡਮਿਸ਼ਨ ਸਕੈਮ ਦੀ ਦੂਜੀ ਰਿਪੋਰਟ। ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕੁਝ ਨਵੇਂ ਤੱਥ, ਕੁਝ ਨਵੇਂ ਦਸਤਾਵੇਜ਼ ਤੇ UBS ਦੇ BOC ਮੈਂਬਰਸ ਦੇ ਪੱਖ, ਜੋ ਨਾ ਸਿਰਫ ਕਈਆਂ ਦੀ ਨੀਂਦ ਉਡਾਉਣਗੇ ਸਗੋਂ ਜਿਸ ਘੁਟਾਲੇ ਨੂੰ 1 ਸਾਲ ਤੋਂ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਉਸ ਘੁਟਾਲੇ ਨੂੰ ਤਾਂ ਨੰਗਾ ਕਰਾਂਗੇ ਹੀ, ਨਾਲ ਹੀ ਨੰਗੇ ਕਰਾਂਗੇ ਉਹਨਾਂ ਲੋਕਾਂ ਦੇ ਚਿਹਰਿਆਂ ਨੂੰ ਜੋ ਇਸ ਦੇ ਹਿੱਸੇਦਾਰ ਨੇ। ਸਾਡੇ ਨਾਲ ਖਾਸ ਤੌਰ ਤੇ ਮੌਜੂਦ ਨੇ ਡਾਕਟਰ RK ਸਿੰਗਲਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਿੰਗਲਾ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਸਿੰਗਲਾ ਸਾਹਿਬ, ਸਮਾਂ ਜ਼ਾਇਆ ਨਹੀਂ ਕਰਾਂਗੇ, ਸਿੱਧਾ ਮੁੱਦੇ ਤੇ ਆਵਾਂਗਾ। ਪਿਛਲੀ ਰਿਪੋਰਟ ਦੇ ਵਿੱਚ, ਪਹਿਲੀ ਰਿਪੋਰਟ ਦੇ ਵਿੱਚ ਲਾਭਪਾਤਰ ਗਾਰਵਿਸ਼ ਸ਼ਰਮਾ ਜੀ ਵੀ ਆਪਣੇ ਤਿੰਨੋਂ ਕੰਪੋਨੈਂਟਸ ਦੇ ਵਿੱਚ 10% ਈਚ ਕੰਪੋਨੈਂਟ ਉਹ ਨੰਬਰ ਦੱਸਣ ਤੋਂ ਭੱਜੇ। ਹਾਂਜੀ। ਤੇ ਉਹਨਾਂ ਦੇ ਮਾਤਾ ਜੀ ਜੋ UBS ਦੇ BOC ਦੇ ਮੈਂਬਰ ਵੀ ਨੇ, ਪ੍ਰੋਫੈਸਰ ਮੀਨਾ ਸ਼ਰਮਾ ਜੀ, ਉਹਨਾਂ ਕੋਲ ਵੀ ਜਵਾਬ ਨਹੀਂ ਸੀ। ਤੇ ਫਿਰ VC ਸਾਹਿਬ ਵੀ ਮੀਟਿੰਗ ਦਾ ਬਹਾਨਾ ਲਾ ਕੇ ਫੋਨ ਕੱਟ ਕੇ SVC ਪ੍ਰੋਫੈਸਰ ਕਸ਼ਮੀਰ ਸਿੰਘ ਜੀ ਨੇ ਫੋਨ ਚੁੱਕਿਆ, ਪਰ ਉਹ ਹਾਸੋਹੀਣੀ ਗੱਲਾਂ ਕਰਕੇ ਕੋਈ ਜਵਾਬ ਨਹੀਂ ਦੇ ਸਕੇ। DPR ਸਾਹਿਬ ਕੋਲ ਵੀ ਕੋਈ ਜਵਾਬ ਨਹੀਂ ਸੀ। ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਗਾਰਵਿਸ਼ ਸ਼ਰਮਾ ਜੀ ਦੀ ਉਹ ਸਕੋਰ ਕਾਰਡ। ਜੀ ਹਾਂ ਸਿੰਗਲਾ ਸਾਹਿਬ, ਤੁਸੀਂ ਵੀ ਸਕੋਰ ਕਾਰਡ ਦੇਖਿਆ ਹੈ? ਹਾਂਜੀ। ਤੇ ਸਕੋਰ ਕਾਰਡ ਨੂੰ ਮੈਂ ਚਾਹਾਂਗਾ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਜ਼ਰੂਰ ਇੱਕ ਵਾਰ ਐਕਸਪਲੇਨ ਕਰੋ। ਇਹ ਸਕੋਰ ਕਾਰਡ ਬੇਸਿਕਲੀ ਉਹ ਡਾਕੂਮੈਂਟ ਹੈ ਜਿਹੜਾ ਮੈਂ ਪਿਛਲੇ 1 ਸਾਲ ਤੋਂ ਲੱਗਿਆ ਸੀ ਕਿ ਮੈਨੂੰ ਇਸ ਦੀ ਸਰਟੀਫਾਈਡ ਕਾਪੀ ਦਿਓ, ਕਿਉਂਕਿ ਸਿੰਪਲ ਜਿਹਾ ਸਵਾਲ ਹੈ ਕਿ ਉਹ ਸਕੋਰ ਕਾਰਡ ਜਿਹਦੇ ਬੇਸ ਤੇ ਸਟੂਡੈਂਟਸ ਦੀ ਐਲੀਜੀਬਿਲਟੀ ਡਿਸਾਈਡ ਕੀਤੀ ਗਈ ਹੋਵੇ, ਐਡਮਿਸ਼ਨ ਕੀਤੀ ਗਈ ਹੋਵੇ, ਉਹ ਕੋਈ ਪਰਸਨਲ ਜਾਂ ਸੀਕ੍ਰੇਟ ਡਾਕੂਮੈਂਟ ਨਹੀਂ, ਪਬਲਿਕ ਹੋਣਾ ਚਾਹੀਦਾ ਹੈ, ਪਰ ਇਹਨਾਂ ਨੇ ਨਹੀਂ ਦਿੱਤਾ। ਇਹ ਦੂਸਰਾ ਜੋ ਡਾਕੂਮੈਂਟ ਮੇਰੇ ਕੋਲ ਹੈ, एक्सप्लेन करने तो पहला मैं ये जरूर कहूँगा कि या तो यूनिवर्सिटी ये कहे कि स्कोर कार्ड झूठा है जी, या ये कहे कि असं झूठे हैं, तो या जे ना मैं झूठा है, ना स्कोर कार्ड झूठा है, ना ये झूठे ने, फिर एक्सप्लेन करे कि ये 10% इन्होंने किवें बनाए। क्योंकि जे असीं स्कोर कार्ड वाल देखिए तो इस स्कोर कार्ड दे विच एक कैंडीडेट का इंडिविजुअल स्कोर कार्ड है, जिस दे विच गारविश शर्मा के 3 कंपोनेंट दिखाए गए हैं। पहला कंपोनेंट है VARC, दूसरा है DILR और तीसरा है QA। उन्होंने अलग अलग नंबर ने। पहला कंपोनेंट सी जो 78 नंबर का पेपर सी, दूजा 72, तीसरा 78। ये स्केल्ड स्कोर इन्हों लिखा हुआ है। तो ये विच पहले, दूजे ते तीसरे च क्रमवार उन्होंने जिहड़े नंबर ने, पहले च 78 दे विचों 7.43 ने, दूजे च 72 चों 11.71 है, ते तीजे चों फिर 78 चों 10.2 ने। ठीक है, मतलब जिहड़ा पहले वाला है उहदे चों 78 चों 7.43 ने, मतलब कि जे 10% बनदे ने इहदे विचों तां 7.80 होने जरूरी सी। हाँ, मतलब 10% नहीं है। वैसे भी जे असीं मन भी लिया जाए दूसरे तरीके नाल भी कि पहले दे विचों 78 दे विचों 7.43 है जी, तीजे दे विचों 78 चों 10.2 है। बिल्कुल ठीक है। इहनूं असीं आउट ऑफ 100 कैलकुलेट कर लिया, कैलकुलेट करके 7.43 ਜਿਹੜੇ 78 ਚੋਂ ਹੈ ਇਹ 100 ਚੋਂ ਬਣੇ 9.53। ਬਿਲकुल ठीक। ਤੇ ਜਿਹੜੇ 10.2 ਹੈ 78 ਚੋਂ ਇਹ 100 ਚੋਂ ਬਣੇ 13.08। ਹੁਣ ਜਿਹੜੇ 13.08 ਹੈ ਇਹ ਤਾਂ ਸਿੱਧੇ ਐਕਸੈਪਟ ਕਰ ਲਏ 100 ਚੋਂ ਕਿ ਠੀਕ ਹੈ 10 ਤੋਂ ਉੱਪਰ ਚਲੇ ਗਏ, ਲੇਕਿਨ ਜਿਹੜੇ 9.53 ਸੀ ਉਹਨੂੰ 10 ਬਣਾਉਣ ਵਾਸਤੇ ਹੇਠਾਂ ਫਿਰ ਕੁਝ ਹੋਰ ਹੇਰਾ ਫੇਰੀਆਂ ਕੀਤੀਆਂ ਗਈਆਂ ਨੇ। ਪਹਿਲਾ ਸਵਾਲ ਤਾਂ ਇਹ ਹੈ ਕਿ ਉੱਪਰੋਂ ਹੀ ਦਿਸਦਾ ਹੈ ਕਿ 100 ਦੇ ਵਿੱਚੋਂ ਕੈਲਕੂਲੇਟ ਕਰਨ ਤੋਂ ਬਾਅਦ 2 ਕੰਪੋਨੈਂਟ ਹੈ ਜਿਹੜੇ ਸੈਕੰਡ ਤੇ ਥਰਡ, ਉਹਦੇ ਵਿੱਚ ਸਕੋਰ 10 ਤੋਂ ਜ਼ਿਆਦਾ ਹੈ, ਪਹਿਲੇ ਦੇ ਵਿੱਚ 9.53 ਹੈ। ਦੂਸਰਾ, ਜੇ ਮੰਨ ਵੀ ਲਿਆ ਜਾਵੇ ਕਿ ਇਹ ਕੈਲਕੂਲੇਸ਼ਨ ਦੀ ਜ਼ਰੂਰਤ ਸੀ ਤਾਂ ਇਹ ਕੈਲਕੂਲੇਸ਼ਨ ਤਿੰਨੇ ਹੀ ਕੰਪੋਨੈਂਟ ਵਿੱਚ ਕਿਉਂ
नहीं की गई, पहले क्यों की गई? क्योंकि जुगाड़फिकेशन पहले जी करनी, जुगाड़ पहले जी करनी सी। हाँ। तीसरा, क्योंकि कोइंसिडेंटली पहला ते तीसरे च 78 चो नंबर है, एक चो सिंपल जी गल है कि 10.2 ਉਹਦੇ ਅਸੀਂ 13.08 ਬਣਾ ਲਏ, ਦੂਸਰੇ ਚੋਂ 7.43 ਹੈ, ਉਹਦੇ ਅਸੀਂ ਜਦੋਂ ਅਸੀਂ ਤਾਂ ਕੀ ਬਣਾ ਲਏ, ਆਪਣੇ ਆਪ 9.53 ਬਣ ਗਏ ਤੇ ਉਹ 10 ਬਣ ਨਹੀਂ ਰਹੇ ਸੀ, ਤਾਂ ਉਹਨੂੰ ਬਣਾਉਣ ਵਾਸਤੇ ਹੇਠਾਂ ਇੱਕ ਕੈਲਕੂਲੇਸ਼ਨ ਕੀਤੀ ਗਈ, ਜਿਹਦਾ ਮਤਲਬ ਸਪਸ਼ਟ ਹੁੰਦਾ ਹੈ ਕਿ ਉਹਦੇ ਵਿੱਚ ਲਿਖਿਆ ਗਿਆ ਕਿ ਕਿਉਂਕਿ 78 ਚੋਂ 7.43 ਹੈ, ਕੈਲਕੂਲੇਟ ਕਰਕੇ 100 ਤੋਂ 9.53 ਬਣੇ ਜੀ, क्योंकि 100 ਦੇ ਵਿੱਚੋਂ 78 ਦਾ 7.8 ਚਾਹੀਦਾ ਸੀ ਤੇ 9.53 7.8 ਤੋਂ ਜ਼ਿਆਦਾ ਹੈ, ਇਸ ਕਰਕੇ ਐਲੀਜੀਬਿਲਟੀ ਬਣਦੀ ਹੈ। ਮਤਲਬ ਕਿਵੇਂ ਇਹ ਜਿਹੜੀ ਕੈਲਕੂਲੇਸ਼ਨ ਹੈ ਦੋ ਵਾਰ ਕੀਤੀ ਗਈ ਤਾਂ ਕਿ ਦੋ ਵਾਰ 100 ਚੋਂ ਕੈਲਕੂਲੇਟ ਕਰਕੇ ਇਹਨੂੰ 10 ਤੋਂ ਉੱਪਰ ਲਿਆਂਦਾ ਜਾਵੇ। ਇਸ ਤਰ੍ਹਾਂ ਦਾ ਫਿਰ ਇਹ ਵੀ ਸਵਾਲ ਹੈ ਕਿ ਦੋ ਵਾਰੀ ਕਿਉਂ? ਅਗਰ 35 ਵਾਰ ਕੈਲਕੂਲੇਸ਼ਨ ਕਰਦੇ ਤਾਂ ਉਹਦੇ 100 ਚੋਂ 150 ਨੰਬਰ ਬਣ ਜਾਂਦੇ। ਤੁਸੀਂ ਦੱਸ ਸਕਦੇ ਹੋ ਮਾੜਾ ਥੋੜਾ? ਮੈਂ ਹੁਣੇ ਐਕਸਪਲੇਨ ਕਰ ਸਕਦਾ, ਬੜੀ ਸਿੰਪਲ ਜੀ ਗੱਲ ਹੈ। ਤੁਸੀਂ ਦੇਖ ਸਕਦੇ ਹੋ कि असी ये कंपोनेंट बना रहे हैं, कंपोनेंट 1 2 3, पहले का नाम सी VARC जी, दूसरा DILR, तीसरा QA। ये पेपर स्केल स्कोर 78 सी, ये 72, ये 78 जी, ਇਹਦੇ ਵਿੱਚ ਸੀ 7.43 ਇਹਦੇ ਵਿੱਚ शायद 10.2 0 नहीं 10.20 02 नहीं 20 10.2 है, 10.2 जी। ਹੁਣ ਜਦੋਂ ਇਹ 78 ਚੋਂ 7.43 ਹੈ, ਇਹ ਸਾਰਾ ਆਊਟ ਆਫ 100 ਕੈਲਕੂਲੇਟ ਕੀਤਾ ਹੈ ਜੀ, ਇਹ 9.53 ਬਣ ਗਿਆ, ਇਹ ਬਣ ਗਿਆ ਸ਼ਾਇਦ 13.08। ਹੁਣ ਸਵਾਲ ਇਹ ਹੈ ਕਿ ਇਹ ਤਾਂ ਸਕੋਰ 10 ਤੋਂ ਉੱਪਰ ਚਲਾ ਗਿਆ, ਇਹਨੂੰ ਹਿਲਾਉਣ ਦੀ ਤਾਂ ਲੋੜ ਹੀ ਨਹੀਂ, ਇਹਦੇ ਵਿੱਚ ਘੱਟ ਰਹਿ ਗਿਆ। ਫਿਰ ਲੌਜਿਕ ਇਹ ਦਿੱਤਾ ਗਿਆ ਕਿ ਕਿਉਂਕਿ 78 ਦੇ ਵਿੱਚੋਂ 10% ਦਾ ਮਤਲਬ ਹੁੰਦਾ 7.8 ਜੀ, ਬਿਲਕੁਲ, लेकिन ਇਹ ਸਕੋਰ ਬਣ ਗਿਆ 9.53 ਕਿਉਂਕਿ 7.8 ਤੋਂ ਜ਼ਿਆਦਾ ਹੈ, ਇਸ ਕਰਕੇ 10% ਤੋਂ ਜ਼ਿਆਦਾ ਹੈ, ਯਾਨੀ ਕਿ 78 ਚੋਂ 10% ਮੀਨਸ 7.8, ਇਹ ਜਿਹੜੀ ਹੈ ਇਹ 9.53 ਨੇ, 7.8 ਤੋਂ ਉੱਪਰ ਨੇ, ਇਸ ਕਰਕੇ 10 ਤੋਂ ਜ਼ਿਆਦਾ ਹੋ ਗਿਆ। ਜਦ ਕਿ ਸਿੰਪਲ ਗੱਲ ਇਹ ਹੈ ਕਿ 100 ਚੋਂ ਤਾਂ ਇਹ ਕੈਲਕੂਲੇਟ ਕਰ ਹੀ ਚੁੱਕੇ ਆ, ਹੁਣ ਇਹਨੂੰ ਅਸੀਂ ਕਿੰਨੇ ਵਾਰੀ ਕਰਾਂਗੇ? ਸੋ ਇਸ ਤਰੀਕੇ ਦੇ ਨਾਲ 9.53 ਨੂੰ 10% ਤੋਂ ਉੱਪਰ ਕਿਸੇ ਵੀ ਹਿਸਾਬ ਨਾਲ ਕੀਤਾ ਹੀ ਨਹੀਂ ਜਾ ਸਕਦਾ, ਚਾਹੇ ਕੋਈ ਵੀ ਫਾਰਮੂਲਾ ਲਗਾਇਆ ਜਾਵੇ। ਮੇਰੇ ਖਿਆਲ 'ਚ ਕੈਲਕੂਲੇਸ਼ਨ ਤੁਹਾਡੇ ਸਮਝ ਆਈ ਹੋਣੀ ਹੈ। ਸਿੰਗਰ ਸਾਹਿਬ, ਇਹ ਤਾਂ 8ਵੀਂ ਪਾਸ ਵੀ ਦੱਸ ਸਕਦਾ ਹੈ ਬਈ 78 ਦਾ 10% ਕਿੰਨਾ ਹੁੰਦਾ? 7.8 7.8। ਜਦੋਂ 7.43 ਨੰਬਰ ਆਈ ਗਏ, ਪਤਾ ਲੱਗਿਆ ਵੀ ਉਹ 9.53% ਬਣਦੇ ਨੇ 78 ਚੋਂ, 9 ਪੁਆਇੰਟ, ਹਾਂ ਨਹੀਂ 78 ਦੇ ਜਿਹੜੇ 7.43 ਨੇ ਉਹ 9.53% ਬਣੇ, 10% ਵੀ ਨਹੀਂ ਬਣਿਆ। ਹਾਂਜੀ, ਤਾਂ ਇਹ 7.8 ਕਿਹਨੇ ਬਣਾਇਆ? 10% ਕਿਹਨੇ ਬਣਾਤਾ? ਐਕਚੁਅਲੀ ਇਸੇ ਸਵਾਲ ਦਾ ਜਵਾਬ ਮੈਂ ਜਦੋਂ ਆਰਟੀ 'ਚ ਪੁੱਛਿਆ ਸੀ ਕਿ ਇਹ ਜਿਹੜੀ ਐਲੀਜੀਬਿਲਟੀ ਹੈ ਜੀ, ਇਹ ਕਿਹਨਾਂ ਨੇ ਤੈਅ ਕੀਤੀ, ਤਾਂ ਉਹ ਵਾਰ-ਵਾਰ ਆਰਟੀ 'ਚ ਇੱਕੋ ਹੀ ਤਰ੍ਹਾਂ ਦੇ ਜਵਾਬ ਦੇ ਰਹੇ ਨੇ ਕਿ ਅਸੀਂ ਅਲੱਗ-ਅਲੱਗ ਇੰਚਾਰਜ ਬਣਾਏ ਹੋਏ ਨੇ, ਮੈਡੀਕਲ ਦੀ ਐਲੀਜੀਬਿਲਟੀ ਸੀਐਮਓ ਕਰਦੇ ਨੇ, ਸਪੋਰਟਸ ਦੀ ਸਪੋਰਟਸ ਡਾਇਰੈਕਟਰ ਕਰਦੇ ਨੇ, ਇਸੇ ਤਰ੍ਹਾਂ ਇੱਕ ਪ੍ਰੋਫੈਸਰ ਨੇ ਜਿਹੜੇ ਇਹਦੀ ਐਲੀਜੀਬਿਲਟੀ ਕਰਦੇ ਨੇ। ਪਰ ਅੱਜ ਤੱਕ ਆਰਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਉਸ ਟੀਚਰ ਦਾ, ਉਸ ਵਿਅਕਤੀ ਦਾ ਨਾਂ ਦੱਸਣ ਤੋਂ ਵੀ ਭੱਜ ਰਹੀ ਹੈ ਜਿਨ੍ਹਾਂ ਨੇ ਬੀਜ ਬੋਇਆ, ਇਹ ਬੀਜ ਬੋਇਆ, ਇਸ ਮਾਮਲੇ ਦੀ ਸ਼ੁਰੂਆਤ ਕੀਤੀ, ਨਹੀਂ ਪਤਾ ਰੱਖਿਆ। ਹੁਣ ਸਿੰਪਲ ਜਿਹਾ ਸਵਾਲ ਹੈ ਕਿ ਜੇ 78 ਦੇ ਵਿੱਚੋਂ 7.43 ਹੈ, 7.8 ਬਣਦੇ ਨੇ 100%, 100 ਦੇ ਵਿੱਚੋਂ ਕੈਲਕੂਲੇਟ ਕਰਨ ਲਈ, ਤੇ ਉਹਦੇ 7.43 ਤਾਂ 7.8 ਤੋਂ ਘੱਟ ਨੇ ਤੇ 10% ਬਣੇ ਨਹੀਂ। ਹੁਣ ਇਹਦਾ ਕਿਉਂਕਿ ਕੋਈ ਜਵਾਬ ਨਹੀਂ ਬਣਦਾ, ਇਸ ਕਰਕੇ ਨਾ ਹੀ ਯੂਨੀਵਰਸਿਟੀ ਉਹਨਾਂ ਦਾ ਨਾਮ ਦੱਸ ਰਹੀ ਹੈ ਜਿਹੜਾ ਕਿ ਮੈਨੂੰ ਪਤਾ ਹੈ, ਤੇ ਨਾ ਹੀ ਜੇ ਉਹਨਾਂ ਨੂੰ ਫੋਨ ਕੀਤਾ ਜਾਵੇ, ਮੇਰਾ ਖਿਆਲ ਉਹ ਇਸ ਦਾ ਸਪਸ਼ਟ ਆਨਸਰ ਦੇਣਗੇ। ਪਤਾ ਸੀ ਵੀ ਕਿਤੇ ਸੂਤਰਾਂ ਤੋਂ ਕਿਹੜੇ ਪ੍ਰੋਫੈਸਰ ਸਾਹਿਬ ਨੇ? ਪ੍ਰੋਫੈਸਰ ਹਰੀਸ਼ ਫਰੋਮ UIET, ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ। ਪ੍ਰੋਫੈਸਰ ਹਰੀਸ਼ ਜੀ, ਅਸੀਂ ਵੀ ਆਪਣੇ ਸੂਤਰਾਂ ਤੋਂ ਪਤਾ ਕੀਤਾ ਸੀ ਤੇ ਅਸੀਂ ਪ੍ਰੋਫੈਸਰ ਸਾਹਿਬ ਨੂੰ 1 ਸਤੰਬਰ ਨੂੰ ਫੋਨ ਵੀ ਕੀਤਾ। ਉਹਨਾਂ ਨੇ ਉਦੋਂ ਕੀ ਕਿਹਾ ਸੀ, ਇੱਕ ਵਾਰ ਉਹ ਜ਼ਰੂਰ ਸੁਣੋ, ਫਿਰ ਅੱਗੇ ਵਧਾਂਗੇ। हाँ जी, नमस्कार प्रोफेसर हरीश जी। हाँ जी, हरीश बोल रहा हूँ। हाँ जी हरीश जी, ठाकुर अमनदीप सिंह बात कर रहा हूँ जी, जर्नलिस्ट खबरसार से। कैसे हैं सर? कहाँ से बोल रहे हैं अमनदीप जी? द खबरसार से बात कर रहा हूँ सर, चंडीगढ़ से ही। जी अमनदीप जी। अच्छा सर, मैंने आपसे एक छोटा सा वर्जन लेना था। आप MBA एडमिशंस के कोऑर्डिनेटर थे लास्ट ईयर भी, तो उस वक्त एडमिशन हुई थी प्रोफेसर मीना शर्मा के बेटे गर्वित शर्मा की। उसके 3 कंपोनेंट्स में कैट में क्या 10% मिनिमम जो एलिजिबिलिटी क्राइटेरिया है, क्या वो क्लियर करता था?
कब की बात कर रहे हैं आप? सर लास्ट एकेडमिक सेशन की 2021-2022, अब वो सेकंड ईयर में हो गया है। मुझे तो रिकॉर्ड चेक करना पड़ेगा यार, आई एम नॉट अवेयर ऑफ राइट नाउ। नो प्रॉब्लम सर, आप रिकॉर्ड चेक कर लीजिए, आप बताइए मुझे, मैं कब आपको कॉल कर सकता मैं हूँ। अभी तो थोड़ा बाहर था, ड्राइव कर रहा हूँ। शाम को कर लूँ सर? हाँ, या तो शाम को के ऑफिस में देखना पड़ेगा वो रिकॉर्ड, पुराने साल की फाइल तो। सर मैं शाम को कर लूँ 4 बजे फोन, 2 घंटे बाद? ठीक है। हाँ ना, थैंक यू सर। ਤਾਂ ਸਰ ਪ੍ਰੋਫੈਸਰ ਹਰੀਸ਼ ਜੀ UIT ਵਾਲੇ, ਕਿਉਂਕਿ ਇਹ ਕੋਆਰਡੀਨੇਟਰ ਸੀਗੇ ਮੇਰੇ ਖਿਆਲ ਚ MBA ਤੇ UBS ਐਡਮਿਸ਼ਨਸ ਦੇ 2021-22 ਦੇ ਵਿੱਚ, ਜਿਨ੍ਹਾਂ ਨੇ ਲਿਸਟ ਤਿਆਰ ਕਰਨੀ ਸੀ ਐਲੀਜੀਬਲ ਬੱਚਿਆਂ ਦੀ। ਇਹ ਕਹਿੰਦੇ ਮੈਂ ਰਿਕਾਰਡ ਚੈੱਕ ਕਰਕੇ ਦੱਸਾਂਗਾ, ਤੁਸੀਂ ਫੋਨ ਕਰ ਲਿਓ ਬਾਅਦ ਦੇ ਵਿੱਚ। ਤੇ ਮੈਂ ਪੁੱਛਿਆ ਵੀ 4-4:30 ਫੋਨ ਕਰਨਾ, ਕਹਿੰਦੇ ਠੀਕ ਹੈ। ਮੈਂ ਉਸ ਦਿਨ ਯਾਨੀ ਕਿ 1 ਸਤੰਬਰ ਨੂੰ ਫਿਰ ਤੋਂ ਸ਼ਾਮ ਨੂੰ ਫੋਨ ਕੀਤੇ 2, ਜਵਾਬ ਨਹੀਂ ਦਿੱਤਾ। ਮੈਂ 2 ਸਤੰਬਰ ਨੂੰ ਫੋਨ ਕੀਤਾ, ਫੋਨ ਚੁੱਕਿਆ ਹੀ ਨਹੀਂ। मैं 6 ਸਤੰਬਰ ਨੂੰ ਫੋਨ ਕੀਤੇ, ਫੋਨ ਚੁੱਕਿਆ ਨਹੀਂ। ਫਿਰ 6 ਸਤੰਬਰ ਨੂੰ ਇੱਕ ਸੁਨੇਹਾ, ਇੱਕ ਮੈਸੇਜ ਕੁਝ ਸਵਾਲਾਂ ਦੇ ਨਾਲ ਪ੍ਰੋਫੈਸਰ ਹਰੀਸ਼ ਜੀ ਨੂੰ ਪਾਇਆ ਗਿਆ, ਪਰ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਫਿਰ 12 ਸਤੰਬਰ ਨੂੰ ਫੋਨ ਕੀਤਾ, ਮੇਰਾ ਫੋਨ ਤਾਂ ਚੱਕਿਆ ਨਹੀਂ। ਮੈਨੂੰ ਲੱਗਦਾ ਹੈ ਵੀ ਜਿੰਨਿਆਂ ਦਾ ਵੀ ਨਾਮ ਕਿਸੇ ਵੀ ਖਬਰ ਚ ਆ ਰਿਹਾ ਉਹ ਫੋਨ ਚੱਕਣਾ ਬੰਦ ਕਰ ਰਹੇ ਨੇ ਜਾਂ ਬਲੌਕ ਲਿਸਟ ਵਿੱਚ ਮੇਰਾ ਨੰਬਰ ਪਾ ਰਹੇ ਹੋਣਗੇ। ਫਿਰ ਮੈਂ ਕਿਸੇ ਹੋਰ ਨੰਬਰ ਤੋਂ ਫੋਨ ਕੀਤਾ, ਉਹਨਾਂ ਨੇ ਫੋਨ ਚੁੱਕਿਆ ਤੇ ਮੁੱਕਰ ਕੇ ਸਾਡੀ ਗੱਲ ਕਦੇ ਹੋਈ ਨਹੀਂ। ਤੁਸੀਂ ਸੁਣਿਓ ਆਪਣੇ ਆਪ। ਤੇ ਹੋਰ ਉਹਨਾਂ ਨੇ ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਉਹ ਸੁਣੋ ਪਹਿਲਾਂ, ਫਿਰ ਅੱਗੇ ਦੀ ਕਹਾਣੀ ਦੱਸਾਂਗੇ। ਹੈਲੋ हेलो हाँ जी प्रोफेसर हरीश जी, गुड मॉर्निंग। हेलो, हाँ जी प्रोफेसर साहब, गुड मॉर्निंग। गुड मॉर्निंग जी। हाँ जी हरीश साहब, ठाकुर अमनदीप सिंह बात कर रहा हूँ द खबरसार से, जर्नलिस्ट। कैसे हैं? हाँ जी ठीक हूँ। सर आपने वो चेक करके बताना था, हफ्ता हो गया आपने बताया नहीं, आप रिप्लाई भी नहीं कर रहे सर। आपका फोन तो मेरे पास आज ही आया है। सर पहले भी आया, मैसेजेस गए हुए हैं 6 सितंबर के, चेक कीजिए आप। मेरे पास यार, आपको यूबीएस में कांटेक्ट करना पड़ेगा। सर यूबीएस में नहीं, आपने मुझे पिछली बार कहा था, हाँ हमने बनाई थी, लेकिन मुझे रिकॉर्ड चेक करना पड़ेगा। अमनदीप जी, आप लेट मी करेक्ट यू, मैंने कहा था आप डिपार्टमेंट में चेक कर लीजिए। आपने कहा था आपके पास होगा, मैंने कहा था कि मैं चेक कर लूंगा अगर हुआ तो। सर आपने सर एलिजिबल, प्लीज डोंट पुट योर वर्ड्स इन माय माउथ। सर मैंने वहाँ चेक कर लिया है, एलिजिबिलिटी तो आपने की थी ना चेक, लिस्ट आपने बनाई थी। एलिजिबिलिटी का जवाब तो आप देंगे ना? मेरे ख्याल से यू आर बिहेविंग लाइक अ जज और अ वकील, है ना? नहीं, मैं क्यों बिहेव करूंगा सर, आप जवाब नहीं दे रहे हो। मैंने सिर्फ ये पूछा है, एलिजिबिलिटी आपने बुलाई थी, आप पब्लिक पोस्ट पे हैं सर, जवाब देनी तो बनेगी। ਤਾਂ ਐਸਨ ਪ੍ਰੋਫੈਸਰ ਹਰੀਸ਼ ਜੀ ਜੋ ਫੋਨ ਕੱਟ ਹੀ ਗਏ, ਲਾਜ਼ਮੀ ਤੌਰ ਤੇ ਹੈ ਫੋਨ ਕੱਟਿਆ ਨਹੀਂ, ਸਵਾਲਾਂ ਤੋਂ ਭੱਜ ਗਏ, ਮੈਦਾਨ ਛੱਡ ਕੇ ਭੱਜ ਕੇ। ਇਸ ਤੋਂ ਬਾਅਦ ਇੱਕ ਨਹੀਂ ਦੋ ਨਹੀਂ 51 ਫੋਨ ਕੀਤੇ ਨੇ ਪ੍ਰੋਫੈਸਰ ਹਰੀਸ਼ ਜੀ ਨੂੰ, ਪਰ ਇਹਨਾਂ ਨੇ ਫੋਨ ਨਹੀਂ ਚੱਕਿਆ, ਕਿਉਂਕਿ ਹੋ ਸਕਦਾ ਹੈ ਕਿ ਇੰਨੇ ਕਿ ਸੱਚੇ ਨੇ ਕਿ ਇਹਨਾਂ ਨੂੰ ਭੱਜਣਾ ਜ਼ਿਆਦਾ ਪਸੰਦ ਆਇਆ ਹੋਵੇ, ਲੇਕਿਨ ਮੈਦਾਨੇ ਜੰਗ ਦੇ ਵਿੱਚੋਂ ਉਹੀ ਭੱਜਦੇ ਨੇ, ਜਾਂ ਤਾਂ ਜੋ ਕਾਇਰ ਹੁੰਦੇ ਨੇ ਜਾਂ ਫਿਰ ਜੋ ਝੂਠੇ ਹੁੰਦੇ ਨੇ। ਸਰ ਤੁਸੀਂ ਸੁਣਿਆ ਪ੍ਰੋਫੈਸਰ ਹਰੀਸ਼ ਜੀ ਕਹਿੰਦੇ ਕੀ ਨੇ? एक्चुअली इस करके क्योंकि वैसे तो देखा जाए सवाल बड़ा सिंपल है बिल्कुल कि स्कोर 10% है या नहीं, तो स्कोर है कितना। जे तुसी ये स्कोर भी नहीं दसना, ये भी नहीं दसना 10% है नहीं, सिंपल सवाल से भी की वो एलिजिबल है, बिल्कुल वो तो इन्होंने कह देना चाहिए सी कि नैचुरली अगर एलिजिबल है तभी एडमिशन हुई है। ये किसी भी सवाल का स्पष्ट जवाब देने तो भज रहे ने। हुण इस तो इलावा कह भी की सकते हैं सर, ये तो प्रोफैसर हरीश जी ने जिन्होंने वो लिस्ट एलिजिबिलिटी वाली तैयार करनी सी, मतलब बीज बोया गया, जे लिस्ट विच नाम हुंदा ही ना गावी शर्मा दा, एडमिशन ही नहीं होनी सी। हाँ जी, इस तो बाद फिर वो BOC दे विच भी गया होना है ना? हाँ जी, इस तो बाद जिहड़ी एलिजिबल कैंडिडेट्स दी लिस्ट है ये तैयार करके डिपार्टमेंट नूं भेजदे ने। ठीक है, जिथे इस दी जिम्मेवारी अगे एडमिशन दी बनदी है बोर्ड ऑफ कंट्रोल दी जी, जिहदे पैनल वगैरह होंदे ने, जिथे ग्रुप डिस्कशन ते इंटरव्यू होंदी है। मेरे ख्याल प्रोफेसर परमजीत कौर जी ने, हाँ जी प्रोफेसर, हाँ जी ਤਾਂ ਪ੍ਰੋਫੈਸਰ ਪਰਮਜੀਤ ਕੌਰ ਜੀ ਨੂੰ ਵੀ ਅਸੀਂ ਫੋਨ ਕੀਤਾ। ਪਹਿਲਾਂ ਫੋਨ ਕੀਤਾ ਸੀ 1 ਸਤੰਬਰ ਨੂੰ, ਉਹਨਾਂ ਨੇ ਨਾਮ ਸੁਣ ਕੇ ਹੀ ਫੋਨ ਕੱਟਤਾ। ਫਿਰ ਅਸੀਂ 12 ਸਤੰਬਰ ਨੂੰ ਕਿਸੇ ਹੋਰ ਨੰਬਰ ਤੋਂ ਫੋਨ ਕੀਤਾ, ਉਹਨਾਂ ਨੇ ਫੋਨ ਤਾਂ ਚੁੱਕਿਆ, ਮੈਂ ਆਪਣਾ ਨਾਮ ਵੀ ਦੱਸਿਆ, ਪਰ ਉਸ ਤੋਂ ਬਾਅਦ ਮੈਡਮ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣਿਓ। हेलो हाँ जी, गुड आफ्टरनून मैम, प्रोफेसर परमजीत कौर जी, गुड आफ्टरनून मैम। हाँ जी, गुड आफ्टरनून जी। मैम ठाकुर अमनदीप सिंह बात कर रहा हूँ जी, जर्नलिस्ट। मैम मैंने आपको मैसेज किया था, आपने रिप्लाई नहीं किया क्वेश्चंस का। सर ऐसे है जी, मैं आपके साथ फोन पे बिल्कुल बात नहीं करूंगी। हाँ जी, कैसे? मेल मैंने मैसेज किया, मैसेज पे जवाब दीजिए जी। मैं मैसेज भी नहीं करूंगी। आप अगर बात करना चाहते हैं
जी। कम टू द डिपार्टमेंट, आई विल टॉक टू यू। कितने बजे आऊँ बताइए? मैं डिपार्टमेंट में नहीं हूँ। व्हेनेवर आई विल फील आप कन्वीनियंट। और बताइए। आप क्या आज- क्या क्या हाँ हाँ जी, जी, हाँ जी, बोलिए बोलिए क्या? मैं डिपार्टमेंट में नहीं हूँ, हाँ ठीक है। जी, हाँ, आप क्या कह रहे थे अभी? मैं ये कह रही हूँ कि आप ये क्या वीडियो डाली जा रहे हैं? तो मैम क्या हैं? मैं तो आपको आपसे कोई अच्छा आपसे चीजें जो है, हैं? हाँ जी, मेरी बात सुनिए। जी मैम। आप बिना सोचे समझे, बिना कोई पता करे आप बना के वीडियोस डाल रहे हो। जी। इट्स नॉट गुड। अच्छा आप जी। पहले अच्छे से बात करिए, पता करिए, फिर बात करो। पता करने के लिए मैम फोन ठीक है? किया, आपको मैसेज किया, आप रिप्लाई नहीं फोन करते पे हो। हु आर यू? मेरे को क्या पता आप कौन हो भाई? फोन पे अच्छा मैं जी। कैसे बात कर सकती मैम हूँ? वाइस चांसलर साहब तो बात कर रहे हैं हमसे, आप कह रहे हो हु मैं- आर यू? वाइस चांसलर के सेक्रेटरी साहब बात कर रहे हो, आप कह रहे हो हु आर यू? अभी ਤਾਂ ਇਹ ਸਨ ਪ੍ਰੋਫੈਸਰ ਪਰਮਜੀਤ ਕੌਰ ਜੀ। ਬੜੀ ਹਾਸੋਹੀਣੀ ਗੱਲ ਹੈ ਕਿ ਮੈਡਮ ਜਵਾਬ ਦੇਣ ਤੋਂ ਭੱਜ ਹੀ ਗਏ। ਪਹਿਲਾਂ ਦੇ 4 ਸਵਾਲ ਸੀ, ਜਿਹੜਾ ਮੈਸੇਜ ਕੀਤਾ ਸੀ ਮੈਂ 6 ਸਤੰਬਰ ਨੂੰ, ਉਹਨਾਂ ਦੇ ਜਵਾਬ ਤਾਂ ਕੀ ਦੇਣੇ ਸੀ। ਇੱਕ ਸਵਾਲ ਹੋਰ ਸੀ ਸਾਡਾ, ਜਿਹੜਾ ਸਾਡੇ ਹੱਥ ਇਸ ਵਾਰ ਇੱਕ ਨਵਾਂ ਦਸਤਾਵੇਜ਼ ਲਿਖਿਆ ਹੈ। ਉਸ ਦਸਤਾਵੇਜ਼ ਦੇ ਮੁਤਾਬਕ ਸਿੰਗਲਾ ਸਾਹਿਬ ਤੁਸੀਂ ਵੀ ਗੌਰ ਕਰਿਓ। ਹਾਂਜੀ। ਇਹਦੇ ਵਿੱਚ ਖਾਸ ਤੌਰ ਤੇ ਇੱਕ ਵਾਰਨਿੰਗ ਇਸ਼ੂ ਕੀਤੀ ਗਈ ਹੈ। ਉਹਦੇ 'ਚ ਲਿਖਿਆ ਗਿਆ ਹੈ ਦ ਬੋਰਡ warned the office staff not to disclose any information without the prior permission of BOC। वार्निंग इशू की गई है भी कोई भी जानकारी किसी नाल भी साझी ना करे। सिंगला साहब ਤੁਸੀਂ ਕਦੇ ਸੁਣਿਆ ਹੈ ਪੰਜਾਬ ਯੂਨੀਵਰਸਿਟੀ ਜਾਂ ਕਿਸੇ ਵੀ ਇਦਾਂ ਦੇ ਅਦਾਰੇ ਦੇ ਵਿੱਚ ਕਦੀ ਐਸੀ ਵਾਰਨਿੰਗ ਇਸ਼ੂ ਕੀਤੀ ਗਈ ਹੋਵੇ ਵੀ ਐਡਮਿਸ਼ਨ ਦੇ ਰਿਲੇਟਡ ਤੁਸੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਈ ਨਹੀਂ? ਅਸਲ ਦੇ ਵਿੱਚ ਤੇ ਇਹ ਕਿ ਜਦੋਂ ਵੀ ਕੋਈ ਘਪਲਾ ਘੁਟਾਲਾ ਫੜਿਆ ਜਾਂਦਾ ਹੈ ਤਾਂ ਆਮ ਤੌਰ ਤੇ ਅਥਾਰਟੀ ਸ਼ਰਮਿੰਦਗੀ ਮਹਿਸੂਸ ਕਰਦੀਆਂ ਨੇ ਜੀ। ਤੇ ਵਾਰਨਿੰਗ ਦੇਣਾ ਤਾਂ ਬਹੁਤ ਦੂਰ ਦੀ ਗੱਲ, ਉਹ ਸੋਚਦੇ ਨੇ ਵੀ ਕਿਸੇ ਤਰੀਕੇ ਨਾਲ ਇਸ ਤੋਂ ਖੜਾ ਛੜਾਇਆ ਜਾਵੇ। ਤੇ ਇਸ ਤੋਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇ ਇਹ ਸਟਾਫ ਤੱਕ ਨੂੰ ਵਾਰਨਿੰਗ ਦੇ ਰਿਹਾ ਹੈ ਕਿ MBA ਐਡਮਿਸ਼ਨ ਦੇ ਨਾਲ ਕੋਈ ਵੀ ਜਾਣਕਾਰੀ ਬਾਹਰ ਲੀਕ ਨਾ ਹੋਵੇ, ਤਾਂ ਇਹ ਕਿਸੇ ਆਰਟਿਕਲਿਸਟ ਨੂੰ, ਕਿਸੇ ਪੱਤਰਕਾਰ ਨੂੰ ਕੀ ਜਵਾਬ ਦੇਣਗੇ? ਇਥੋਂ ਬੜੇ ਆਰਾਮ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ। ਬਿਲਕੁਲ। ਜਿਹੜੇ ਜੇ ਤੁਸੀਂ ਕਾਗਜ਼ ਦੇਖ ਰਹੇ ਹੋ ਆਪਣੀ ਸਕਰੀਨ ਤੇ, ਇਹਦੇ ਵਿੱਚ ਦੇਖੋ ਯੂਨੀਵਰਸਿਟੀ ਬਿਜ਼ਨਸ ਸਕੂਲ ਲਿਖਿਆ ਹੋਇਆ ਹੈ ਤੇ ਉਤਲੀ ਲਾਈਨ 'ਚ ਲਿਖਿਆ ਹੋਇਆ ਹੈ ਕਿ ਆਨਲਾਈਨ ਮੀਟਿੰਗ ਜਿਹੜੀ ਬੋਰਡ ਆਫ ਕੰਟਰੋਲ ਦੀ ਸੀਗੀ ਉਹ ਗੂਗਲ ਮੀਟ ਤੇ ਹੋਈ ਸੀ 24/8/2021 ਨੂੰ ਰਾਤ ਨੂੰ 11:45 ਤੇ। ਸਿੰਗਲਾ ਸਾਹਿਬ ਰਾਤ ਨੂੰ 11:45 ਤੇ ਉਹਦੇ ਵਿੱਚ ਜਿਹੜੇ 13 ਬੋਰਡ ਮੈਂਬਰ ਸੀਗੇ ਉਹਨਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ ਪ੍ਰੋਫੈਸਰ VR ਸਿਨਹਾ ਸੀਵੀ ਸਨ। VR ਸਿਨਹਾ ਜੀ ਉਹੀ ਪ੍ਰੋਫੈਸਰ ਨੇ ਜੋ ਪਿਛਲੀ ਵਾਰ ਪਹਿਲੀ ਰਿਪੋਰਟ ਦੇ ਵਿੱਚ ਭੱਜ ਗਏ ਸੀ ਫੋਨ ਕੱਟ ਕੇ। ਖੈਰ ਉਸ ਤੋਂ ਬਾਅਦ ਥੱਲੇ ਵਾਰਨਿੰਗ, ਦੂਜੇ ਪੁਆਇੰਟ ਤੇ ਵਾਰਨਿੰਗ ਦਿੱਤੀ ਗਈ ਹੈ ਤੇ ਥੱਲੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰੋਫੈਸਰ ਪਰਮਜੀਤ ਕੌਰ ਜੀ ਦੇ ਸਾਈਨ ਵੀ ਹੋਏ ਨੇ। ਤੇ ਜੇ ਤੁਸੀਂ ਉੱਪਰ ਵਾਲੀ ਲਿਸਟ ਦੁਬਾਰਾ ਦੇਖੋ ਤਾਂ ਚੌਥੇ ਨੰਬਰ ਤੇ ਲਿਖਿਆ ਪ੍ਰੋਫੈਸਰ ਪਰਮਜੀਤ ਕੌਰ ਕੋਆਰਡੀਨੇਟਰ BOC। ਮਤਲਬ ਪ੍ਰੋਫੈਸਰ ਹਰੀਸ਼ ਜੀ ਤੋਂ ਬਾਅਦ ਜੇ ਜ਼ਿੰਮੇਵਾਰੀ ਬਣਦੀ ਸੀ ਤਾਂ ਉਹ ਸੀਗੀ ਪ੍ਰੋਫੈਸਰ ਪਰਮਜੀਤ ਕੌਰ ਜੀ ਦੀ। ਪਰ ਪਰਮਜੀਤ ਕੌਰ ਜੀ ਤਾਂ ਫੋਨ ਕੱਟ ਕੇ ਇਹ ਵੀ ਭੱਜ ਗਏ। ਇਹ ਨਾ ਤਾਂ ਫੋਨ ਤੇ ਜਵਾਬ ਦੇਣ ਨੂੰ ਤਿਆਰ ਨੇ, ਨਾ ਇਹ ਈਮੇਲ ਤੇ ਜਵਾਬ ਦੇਣ ਨੂੰ ਤਿਆਰ ਨੇ। ਮਿਲਣ ਨੂੰ ਕਹਿੰਦੇ ਨੇ, ਉਹ ਵੀ ਜੇ ਤੁਸੀਂ ਕਹਿੰਦਾ ਦੱਸੋ ਫਿਰ ਮੈਂ ਹਾਲੇ ਯੂਨੀਵਰਸਿਟੀ 'ਚ ਨਹੀਂ ਹੈਗੀ। ਇਹ ਜਵਾਬ ਦੇਈ ਬਣਦੀ ਹੈ ਸਰ? ਇਹ ਹਾਸੋਹੀਣੀਆਂ ਗੱਲਾਂ ਨੇ। ਪਬਲਿਕ ਮਨੀ ਤੋਂ ਤਨਖਾਹਾਂ ਲੈ ਰਹੇ ਨੇ ਤੇ ਜਿਸ ਦੇਸ਼ ਦਾ ਖਾ ਰਹੇ ਨੇ, ਮੇਰੇ ਖਿਆਲ 'ਚ ਉਸੇ ਦੇ ਨਾਲ ਹੀ ਇਹ ਨਮਕ ਹਰਾਮੀ ਵੀ ਕਰ ਰਹੇ ਨੇ ਲੋਕ। ਹਾਂਜੀ। ਔਰ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਮਾਮਲਾ BOC 'ਚ ਆ ਗਿਆ ਜੀ, ਮੰਨਿਆ ਕਿ ਐਲੀਜੀਬਿਲਟੀ ਇਹਨਾਂ ਨੇ ਨਹੀਂ ਸੀ ਤੈਅ ਕਰਨੀ, ਪਰ ਜਦੋਂ ਐਲੀਜੀਬਿਲਟੀ ਤੇ ਸਵਾਲ ਉੱਠਣ ਲੱਗੇ ਤੇ ਖਾਸ ਕਰਕੇ ਇਹਨਾਂ ਨੂੰ ਵਰਬਲੀ ਤੇ ਰਿਟਨ ਸ਼ਿਕਾਇਤਾਂ ਵੀ ਆਈਆਂ ਕਿ ਗਾਰਵਿਦ ਸ਼ਰਮਾ ਦੀ ਐਲੀਜੀਬਿਲਟੀ ਚੈੱਕ ਕੀਤੀ ਜਾਵੇ। ਉਸ ਤੋਂ ਬਾਅਦ ਤਾਂ ਗਾਰਵਿਦ ਸ਼ਰਮਾ ਦੀ ਐਲੀਜੀਬਿਲਟੀ ਨੂੰ ਪਬਲਿਕ ਕਰਨ ਤੋਂ ਜਾਂ ਉਹਦਾ ਸਕੋਰ ਕਾਰਡ ਦਿਖਾਉਣ ਤੋਂ ਭੱਜਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਬਿਲਕੁਲ। ਔਰ ਖਾਸ ਕਰਕੇ ਜਦੋਂ ਕੋਈ ਹੋਰ ਨਹੀਂ ਬਲਕਿ ਖੁਦ ਬੋਰਡ ਆਫ ਕੰਟਰੋਲ ਦੇ ਵਿੱਚ ਇਹ ਸਵਾਲ ਉੱਠਿਆ ਹੋਵੇ। ਇਸ ਕਰਕੇ ਮੇਰਾ ਖਿਆਲ ਹੈ ਕਿ ਪ੍ਰੋਫੈਸਰ ਹਰੀਸ਼ ਸ਼ਰਮਾ ਤੋਂ ਬਾਅਦ ਅਗਰ ਇਸ ਮਾਮਲੇ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ BOC ਦੇ ਕੋਆਰਡੀਨੇਟਰ ਦੀ ਹੀ ਬਣਦੀ ਹੈ ਕਿ ਉਹਨਾਂ ਨੇ ਇਹ ਜਾਣਦੇ ਹੋਏ ਵੀ ਇਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਤੇ ਜੇ ਨਹੀਂ ਵੀ ਕੀਤੀ ਸੀ ਤਾਂ ਅੱਜ ਭੱਜ ਕਿਉਂ ਰਹੇ ਨੇ? ਕਾਰਵਾਈ ਨਹੀਂ ਕੀਤੀ ਤਾਂ ਹੀ ਤਾਂ ਭੱਜਦੇ ਪਏ ਨੇ। ਪਰ ਕੌਣ ਭੱਜੇਗਾ? ਐਸੇ ਦੇ ਵਿੱਚ ਜਦੋਂ ਸਾਡੀ ਪੜਤਾਲ ਇਸ ਮਾਮਲੇ ਨੂੰ ਲੈ ਕੇ MBA ਐਡਮਿਸ਼ਨ ਸਕੈਮ ਨੂੰ ਲੈ ਕੇ ਅਸੀਂ ਪੜਤਾਲ ਜਿਹੜੀ ਕਰ ਰਹੇ ਸੀ, ਜਿਹੜੇ ਇੱਕ ਤਾਂ ਪਹਿਲਾਂ ਸਕੋਰ ਕਾਰਡ ਸਾਡੇ ਹੱਥ ਲੱਗਿਆ ਗਾਰਵਿਦ ਸ਼ਰਮਾ ਜੀ ਦਾ, ਉਸ ਤੋਂ ਬਾਅਦ ਇਹ ਵਾਰਨਿੰਗ ਵਾਲਾ ਜਿਹੜਾ ਯੂਨੀਵਰਸਿਟੀ ਬਿਜ਼ਨਸ ਸਕੂਲ ਦਾ ਜਿਹੜਾ ਇਹ ਲੈਟਰ ਸੀ, ਮੀਟਿੰਗ ਹੋਈ ਹੈ ਰਾਤ ਨੂੰ ਤੇ 13 ਬੰਦੇ ਸੀ, ਉਹ ਚਿੱਠੀ ਸਾਡੇ ਹੱਥ ਲੱਗੀ ਤੇ ਨਾਲ ਹੀ ਇੱਕ BOC ਮੈਂਬਰ ਦਾ ਕੰਟੈਕਟ ਵੀ ਲੱਗਿਆ, ਜਿਨ੍ਹਾਂ ਵੱਲੋਂ ਨਾ ਸਿਰਫ 1 ਸਾਲ ਪਹਿਲਾਂ ਆਵਾਜ਼ ਵੀ ਚੁੱਕੀ ਗਈ ਸੀ, ਸਗੋਂ ਚੇਅਰਪਰਸਨ ਨੂੰ ਵੀ, ਯਾਨੀ ਕਿ ਤਤਕਾਲੀ ਚੇਅਰਪਰਸਨ
UBS ਦੇ ਪ੍ਰੋਫੈਸਰ VR ਸਿਨਹਾ ਨੂੰ ਲਿਖਿਆ ਵੀ ਗਿਆ ਸੀ ਤੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਲਿਖਿਆ ਗਿਆ ਸੀ। ਅਸੀਂ ਉਹਨਾਂ BOC ਮੈਂਬਰ ਡਾਕਟਰ ਕੁਲਵਿੰਦਰ ਜੀ ਦੇ ਨਾਲ ਵੀ ਗੱਲ ਕੀਤੀ। ਡਾਕਟਰ ਸਾਹਿਬ ਨੇ ਕੀ ਕੁਝ ਕਿਹਾ ਹੈ, ਧਿਆਨ ਨਾਲ ਸੁਣਿਓ, ਕਿਉਂਕਿ ਅੱਧੀ ਤੋਂ ਜ਼ਿਆਦਾ ਕਹਾਣੀ ਇਹ ਸਾਫ਼ ਕਰ ਰਹੇ ਨੇ ਕਿ ਆਖਰ BOC ਨੇ ਵੀ ਆਵਾਜ਼ ਚੁੱਕੀ ਸੀ ਪਰ ਸੁਣੀ ਨਹੀਂ ਗਈ। हेलो हेलो, गुड आफ्टरनून सर। हाँ गुड आफ्टरनून। ये प्रोफेसर कुलविंदर सिंह जी बोल रहे हो UBS ਤੋਂ पंजाब यूनिवर्सिटी ਤੋਂ। हाँ जी सर ठाकुर अमनदीप ਸਿੰਘ ਗੱਲ ਕਰ ਰਹੇ ਹਾਂ ਜੀ, ਜਰਨਲਿਸਟ ਦ ਖਬਰਸਾਰ ਤੋਂ ਚੰਡੀਗੜ੍ਹ ਤੋਂ। अच्छा जी। हाँ सर 2 मिनट है, गल हो सकती है जी? हेलो हाँ जी सर 2 मिनट है जी, गल हो सकती है? हाँ जी बात हाँ तो जी, हाँ चली गई। हाँ जी सर मैं ना थोड़ा एक्चुअली वर्जन लेना सीगा। मैं एक स्टोरी कवर किस चीज़ ਕੀਤੀ ਸੀ। हाँ जी मैं सर दस ਰਿਹਾ ਤੁਹਾਨੂੰ। ਮੈਂ ਇੱਕ ਸਟੋਰੀ MBA ਐਡਮਿਸ਼ਨ UBS ਦੇ ਵਿੱਚ ਐਡਮਿਸ਼ਨ ਦੀ ਸੀਗੀ ਲਾਸਟ ਈਅਰ ਦਾ, ਤੇ ਉਹ ਕਰ ਰਿਹਾ ਸੀ ਕਿ ਮੈਂ ਪਹਿਲਾਂ ਸਰ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਲਾਸਟ ਈਅਰ 21-22 ਦੇ ਵਿੱਚ ਬੋਰਡ ਆਫ ਕੰਟਰੋਲ ਦੇ ਮੈਂਬਰ ਸੀਗੇ UBS ਦੇ ਜਾਂ ਫਿਰ ਨਹੀਂ? हाँ जी सी। ਤੁਸੀਂ ਮੈਂਬਰ ਸੀਗੇ, ਓਕੇ। ਤੇ ਸਰ ਦੂਜੀ ਗੱਲ, ਜਿਹੜਾ UBS ਦਾ ਲਾਸਟ ਈਅਰ ਤੁਸੀਂ ਬੋਰਡ ਆਫ ਕੰਟਰੋਲ ਦੇ ਮੈਂਬਰ ਸੀਗੇ ਤੇ ਪ੍ਰੋਫੈਸਰ ਮੀਨਾ ਸ਼ਰਮਾ ਜੀ ਵੀ ਮੈਂਬਰ ਸੀਗੇ? जी बिल्कुल सी। ਓਕੇ। ਤੇ ਸਰ ਇਹਨਾਂ ਦੇ ਬੇਟੇ ਦੀ ਐਡਮਿਸ਼ਨ ਹੋਈ ਹੈ ਲਾਸਟ ਈਅਰ ਮਿਸਟਰ ਗਰਵਿਤ ਸ਼ਰਮਾ ਜੀ ਦੀ, ਤੇ ਉਹਨਾਂ ਦੇ ਕੈਟ ਦੇ ਜਿਹੜੇ ਤਿੰਨੋਂ ਕੰਪੋਨੈਂਟਸ ਦੇ ਸਕੋਰਸ ਬਾਰੇ ਤੁਸੀਂ ਜਾਣੂ ਹੈਗੇ ਹੋ ਸਰ? नहीं ਉਹਦਾ ਨਾ ਕੇਸ ਸਾਡੇ ਸਾਹਮਣੇ ਆਇਆ ਸੀ ਬੋਰਡ ਦੇ ਸਾਹਮਣੇ। ਜੀ ਸਰ। ਮੈਨੂੰ ਵੀ 2-3 ਈਮੇਲਸ ਆਈਆਂ ਪਬਲਿਕ ਤੋਂ ਜੀ ਕਿ ਇਹ sir। ਗਲਤ ਹੋਇਆ ਕੁਛ ਇਹਦੇ ਵਿੱਚ, ਜੀ ਕਿ ਉਹ ਐਲੀਜੀਬਿਲਿਟੀ ਪੂਰੀ ਨਹੀਂ ਹੈ। ਜੀ ਸਰ। ਦੈਨ ਆਈ ਰੋਟ ਟੂ VOC ਕੋਆਰਡੀਨੇਟਰ। ਜੀ ਕੌਣ ਸੀ ਤੇ ਉਹ ਕੋਆਰਡੀਨੇਟਰ BOC that time was I think ਪ੍ਰੋਫੈਸਰ ਪਰਮਜੀਤ ਕੌਰ। ਓਕੇ ਸਰ, ਠੀਕ ਹੈ। ਹਾਂਜੀ ਠੀਕ, ਫਿਰ ਉਹਨਾਂ ਨੇ ਤੇ ਅਸੀਂ ਉਹਨਾਂ ਨੂੰ ਵੀ ਲਿਖਿਆ, ਚੇਅਰਮੈਨ ਨੂੰ ਵੀ ਲਿਖਿਆ, ਬਟ ਉਹਨਾਂ ਨੇ ਕੋਈ ਐਪਰੋਪਰੀਏਟ ਉਹਨੂੰ ਕਿਸੇ ਲੈਵਲ ਤੇ ਵੈਰੀਫਾਈ ਕੀਤਾ ਨਹੀਂ। ਓਕੇ, ਵੈਰੀਫਾਈ ਨਹੀਂ ਤੇ ਕੀਤਾ। ਨਹੀਂ ਹੋ ਪਾਇਆ, ਤੇ ਐਜ਼ ਏ BOC ਮੈਂਬਰ ਉਹਨਾਂ ਨੇ ਮੈਨੂੰ ਉਹ ਕਾਰਡ ਨਹੀਂ ਦਿਖਾਇਆ। ਓਕੇ, ਹਾਊਐਵਰ ਮੇਰਾ ਰਾਈਟ ਸੀਗਾ, ਨਹੀਂ ਦਿਖਾਇਆ ਉਹਨਾਂ ਨੇ ਮੈਨੂੰ ਇਹ। ਜਿਹੜਾ ਕੈਟ ਸਕੋਰ ਕਾਰਡ ਸੀਗਾ। ਹਾਂ, ਜਿਹੜਾ ਗਰਵਿਤ ਸ਼ਰਮਾ ਦਾ ਸੀਗਾ ਸਕੋਰ ਕਾਰਡ ਨਾ। ਓਕੇ। ਤੇ ਕਾਫੀ ਕੋਸ਼ਿਸ਼ਾਂ ਕੀਤੀਆਂ, ਮੈਂ VC ਸਾਹਿਬ ਨੂੰ ਵੀ ਇਹਦੇ ਸੰਬੰਧ ਚ ਲਿਖਿਆ ਹੋਇਆ ਕਿ ਮੈਨੂੰ ਇਹ ਸ਼ੋਅ ਕੀਤਾ ਜਾਵੇ। ਐਂਡ ਇੱਕ ਕਿਉਂਕਿ ਪਬਲਿਕ ਇਸ਼ੂ ਹੈ ਤਾਂ ਇਹਨੂੰ ਇੱਕ ਵਾਰੀ ਪਬਲਿਕ ਕਰਕੇ ਇਹਨੂੰ ਖਤਮ ਕੀਤਾ ਜਾਵੇ ਝਗੜੇ ਨੂੰ। ਨਹੀਂ ਮੈਂ ਬਿਲਕੁਲ ਲਿਖਿਆ ਹੋਇਆ ਵਾਈਸ ਚਾਂਸਲਰ ਸਾਹਿਬ ਨੂੰ, ਤੇ ਉਧਰੋਂ ਕੋਈ ਮੈਨੂੰ ਵੀ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਹਾਲੇ ਤੱਕ। ਜੀ ਸਰ, ਤੇ ਸਾਨੂੰ ਮਤਲਬ ਜਿੰਨੀ ਜਾਣਕਾਰੀ ਮੈਨੂੰ ਮਿਲ ਸਕੀ ਹੈ ਵੀ ਪ੍ਰੋਫੈਸਰ ਹਰੀਸ਼ ਜੀ ਸੀਗੇ ਉਦੋਂ ਕੋਆਰਡੀਨੇਟਰ ਫॉर ਐਡਮਿਸ਼ਨਸ ਆਫ MBA ਐਂਡ UBS ਉਸ ਟਾਈਮ, ਜਿਨ੍ਹਾਂ ਨੇ ਟੈਕਨੀਕਲੀ ਐਲੀਜੀਬਿਲਿਟੀ ਚੈੱਕ ਕਰਨੀ ਸੀ। ਟੈਕਨੀਕਲ ਐਲੀਜੀਬਿਲਿਟੀ ਐਡਮਿਸ਼ਨ ਕੋਆਰਡੀਨੇਟਰ ਚੈੱਕ ਕਰਦਾ। ਓਕੇ। ਇਹ ਦੋਵੇਂ ਉਹ ਜਦੋਂ ਇਹ ਬੱਚਾ ਐਂਟਰ ਕਰਦਾ ਨਾ। ਜੀ ਸਰ। ਇਹ ਬੜਾ ਮਤਲਬ ਟਿਪੀਕਲ ਦਾ ਕੇਸ ਆ ਕਿ ਉਥੇ ਇਨਫੋਰਮੇਸ਼ਨ ਐਂਟਰ ਕਿਵੇਂ ਹੋ ਗਈ। ਜੇ ਲੈਸ ਦੈਨ 10% ਨੇ ਮਾਰਕਸ ਬੱਚੇ ਦੇ, ਜੀ, ਤਾਂ ਉਥੇ ਇਨਫੋਰਮੇਸ਼ਨ ਐਂਟਰ ਕਿਵੇਂ ਹੋ ਗਈ, ਜਿਹੜਾ ਕਿ ਪੋਸੀਬਲ ਨਹੀਂ ਹੈ। ਤੇ ਮਤਲਬ ਗੜਬੜ ਹੈ ਕੋਈ। ਦੇਖੋ ਹੁਣ ਇਹ ਜੇ ਉਹ ਸਕੋਰ ਕਾਰਡ ਜਦੋਂ ਸਾਹਮਣੇ ਆਉਂਦਾ ਬਿਲਕੁਲ ਕਲੀਅਰ ਹੋ ਜਾਏਗਾ। ਜੀ ਬਿਲਕੁਲ। ਜਦੋਂ ਸਕੋਰ ਕਾਰਡ ਬਾਹਰ ਆਏਗਾ ਤਾਂ ਸਕੋਰ ਕਾਰਡ ਦੇ ਨਾਲ ਹੀ ਇਹ ਕਲੀਅਰ ਹੋ ਪਾਏਗਾ ਕਿ ਕੰਪਿਊਟਰ ਸੈਂਟਰ ਲੈਵਲ ਤੇ ਕੁਝ ਗੜਬੜ ਹੋਈ ਹੈ ਜਾਂ ਨਹੀਂ ਹੋਈ। ਤਾਂ ਇਹ ਸੀ BOC ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਬਤੌਰ BOC ਮੈਂਬਰ ਮੇਰਾ ਹੱਕ ਬਣਦਾ ਸੀ ਕਿ ਮੈਨੂੰ ਸਕੋਰ ਕਾਰਡ ਦਿਖਾਇਆ ਜਾਂਦਾ ਗਰਵਿਤ ਸ਼ਰਮਾ ਦਾ, ਜਿਸ ਦਾ ਰੌਲਾ ਸੀ ਐਡਮਿਸ਼ਨ ਦਾ, ਪਰ ਉਹਨਾਂ ਨੂੰ ਵੀ ਉਹ ਸਕੋਰ ਕਾਰਡ ਨਹੀਂ ਦਿਖਾਇਆ ਗਿਆ। ਸਿੰਗਲਾ ਸਾਹਿਬ, ਜਦੋਂ BOC ਮੈਂਬਰ ਨੂੰ ਹੀ ਨਹੀਂ ਦਿਖਾਇਆ ਗਿਆ ਸਕੋਰ ਕਾਰਡ, ਤਾਂ ਇਹ ਲੋਕਾਂ ਨੂੰ ਕੀ ਦਿਖਾਉਣਗੇ? ਹਾਂ, ਮੈਨੂੰ ਵੈਸੇ ਇੱਕ ਚੀਜ਼ ਤਾਂ ਬਹੁਤ ਅੱਛੀ ਲੱਗੀ ਕਿ ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦੇ ਸਾਰੇ ਅਧਿਕਾਰੀ ਜਿਹੜੇ ਇਸ ਐਡਮਿਸ਼ਨ ਨਾਲ ਕਨੈਕਟਡ ਨੇ, ਚਾਹੇ ਐਲੀਜੀਬਿਲਿਟੀ ਤੈਅ ਕਰਨ ਵਾਲੇ ਪ੍ਰੋਫੈਸਰ ਹਰੀਸ਼ ਸ਼ਰਮਾ ਜੀ ਨੇ, ਪ੍ਰੋਫੈਸਰ ਹਰੀਸ਼ ਕੁਮਾਰ ਨੇ, ਚਾਹੇ ਵਾਈਸ ਚਾਂਸਲਰ ਸਾਹਿਬ ਨੇ, ਚਾਹੇ BOC ਦੇ ਕੋਆਰਡੀਨੇਟਰ ਨੇ, ਚਾਹੇ ਉਸ ਟਾਈਮ ਦੇ ਚੇਅਰਪਰਸਨ ਤੇ DUI ਨੇ, ਜਿੱਥੇ ਇੱਕ ਪਾਸੇ ਸਾਰੇ ਚੁੱਪ ਨੇ ਤੇ ਇਸ ਮਾਮਲੇ ਤੋਂ ਭੱਜ ਰਹੇ ਨੇ ਤੇ ਸੂਚਨਾ ਅਧਿਕਾਰੀ ਸਪਸ਼ਟ ਤੌਰ ਤੇ ਸੂਚਨਾ ਦੇਣ ਤੋਂ ਭੱਜ ਰਹੇ ਨੇ, ਉੱਥੇ ਅੱਛੀ ਗੱਲ ਹੈ ਕਿ ਘੱਟੋ ਘੱਟ ਯੂਨੀਵਰਸਿਟੀ ਦੇ ਹੀ BOC ਦੇ ਵਿੱਚ ਅਜਿਹੇ ਲੋਕ ਵੀ ਬੈਠੇ ਨੇ ਜਿਨ੍ਹਾਂ ਨੇ ਸੱਚ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ BOC ਦੇ ਹੱਕਾਂ ਨੂੰ ਉਜਾਗਰ ਕੀਤਾ। ਬਿਲਕੁਲ, ਮੇਰੇ ਕੋਲ ਵੀ ਇਹਨਾਂ ਦੀਆਂ ਕੁਝ ਈਮੇਲਸ ਮੇਰੇ ਹੱਥ ਲੱਗੀਆਂ ਨੇ, ਜਿਹਦੇ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਟਾਈਮ ਐਡਮਿਸ਼ਨ ਹੋਈ ਸੀ ਉਸੇ ਟਾਈਮ ਹੀ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਆਵੇ ਤਾਂ ਕਿ ਬੋਰਡ ਆਫ ਕੰਟਰੋਲ ਦੇ ਮੈਂਬਰ ਉਸ ਨੂੰ ਦੇਖ ਕੇ ਸਹੀ ਐਕਸ਼ਨ ਲੈ ਸਕਣ। ਮੇਰੇ ਖਿਆਲ ਜਿਨ੍ਹਾਂ ਨੇ ਇੱਕ ਈਮੇਲ ਤਤਕਾਲੀ ਚੇਅਰਪਰਸਨ ਨੂੰ ਵੀ ਪਾਈ ਸੀ UBS ਦੇ,
ਤੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਪਾਈ ਹੈ। ਇਹਨਾਂ ਨੇ ਇੱਕ ਨਹੀਂ, ਇਹਨਾਂ ਨੇ ਪਹਿਲਾਂ ਤਾਂ ਕਈ ਮੇਲਾਂ ਪਾਈਆਂ ਕਿ ਇਸ ਮਾਮਲੇ ਨੂੰ BOC ਦੇ ਅੱਗੇ ਲਿਆਂਦਾ ਜਾਵੇ। ਜਦੋਂ ਨਹੀਂ ਲਿਆਂਦਾ ਗਿਆ ਤਾਂ ਇਹਨਾਂ ਨੇ 2 ਸਤੰਬਰ 2021 ਨੂੰ ਫਿਰ ਈਮੇਲ ਪਾਈ ਚੇਅਰਪਰਸਨ ਨੂੰ ਕਿ ਤੁਸੀਂ ਆਪਣਾ ਬੋਰਡ ਆਫ ਕੰਟਰੋਲ ਦੀ ਮੀਟਿੰਗ ਦੇ ਵਿੱਚ 3 ਤਰੀਕ ਦੀ ਮੀਟਿੰਗ ਦੇ ਵਿੱਚ ਇਹਨੂੰ ਲੈ ਕੇ ਆਂਦਾ ਜਾਵੇ। ਫਿਰ ਵੀ ਨਹੀਂ ਆਇਆ। ਉਸ ਤੋਂ ਬਾਅਦ ਇਹਨਾਂ ਨੇ ਕਈ ਰਿਮਾਈਂਡਰ ਪਾਏ। ਅਲਟੀਮੇਟਲੀ ਇਹਨਾਂ ਨੇ 19 ਅਕਤੂਬਰ ਨੂੰ ਫਿਰ VC ਸਾਹਿਬ ਨੂੰ ਵੀ ਕੰਪਲੇਂਟ ਲਿਖੀ ਕਿ ਇਹ ਜਿਹੜਾ ਮਾਮਲਾ ਹੈ, ਇਹ ਜਿਹੜਾ ਸਕੋਰ ਕਾਰਡ ਹੈ, ਇਹ ਜਿਹੜੀ ਸੱਚਾਈ ਹੈ, ਇਹਨੂੰ BOC ਤੋਂ ਵੀ ਛੁਪਾਇਆ ਜਾ ਰਿਹਾ ਹੈ। ਇਸ ਤੇ ਕੁਝ ਨਾ ਕੁਝ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਯੂਨੀਵਰਸਿਟੀ ਦਾ ਤੇ ਇਸ ਦੇ ਪ੍ਰੈਸਟੀਜੀਅਸ UBS ਯੂਨੀਵਰਸਿਟੀ ਬਿਜ਼ਨਸ ਸਕੂਲ ਡਿਪਾਰਟਮੈਂਟ ਦਾ ਜਿਹੜਾ ਇਮੇਜ ਹੈ ਉਸ ਨੂੰ ਬਚਾਇਆ ਜਾ ਸਕੇ ਤੇ ਉਹ ਕਾਨੂੰਨੀ ਤੌਰ ਤੇ ਨੈਤਿਕ ਤੌਰ ਤੇ ਆਪਣਾ ਜਿਹੜਾ ਪੱਖ ਹੈ ਸਪਸ਼ਟ ਕਰ ਸਕਣ। ਬਿਲਕੁਲ, ਦੇਖੋ ਸਿਰਫ BOC ਦੇ ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ ਨੇ ਬਤੌਰ ਮੈਂਬਰ ਨਾ ਸਿਰਫ ਉਹਨਾਂ ਨੇ ਆਵਾਜ਼ ਚੁੱਕੀ, ਸਗੋਂ ਕਈ ਸਟੂਡੈਂਟ ਲੀਡਰਸ ਵੱਲੋਂ ਵੀ ਕਈ ਸਟੂਡੈਂਟਸ ਵੱਲੋਂ ਵੀ ਆਵਾਜ਼ ਚੁੱਕੀ ਗਈ। ਇੱਥੋਂ ਤੱਕ ਕਿ ਲਿਖਤੀ ਤੌਰ ਦੇ ਵਿੱਚ ਕੰਪਲੇਂਟ ਵੀ ਕੀਤੀ ਗਈ। ਉਦੋਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗੀਆਂ, ਪ੍ਰੋਟੈਸਟ ਵੀ ਹੋਇਆ, ਪ੍ਰਦਰਸ਼ਨ ਵੀ ਹੋਇਆ, ਪਰ ਹੈਰਾਨੀ ਇਸ ਗੱਲ ਦੀ ਹੈ ਭਈ ਸੁੱਤੇ ਹਾਕਮ ਨੂੰ ਕੋਈ ਜਗਾ ਨਹੀਂ ਸਕਿਆ। ਅਸੀਂ ਇਸ ਬਾਰੇ ਦੁਬਾਰਾ ਜਦੋਂ ਸਾਨੂੰ ਪਤਾ ਲੱਗਿਆ ਬਈ ਡਾਕਟਰ ਕੁਲਵਿੰਦਰ ਜੀ ਜੋ BOC ਦੇ ਮੈਂਬਰ ਸੀ, ਉਹਨਾਂ ਨੇ 1 ਸਾਲ ਪਹਿਲਾਂ ਵੀ ਵਾਈਸ ਚਾਂਸਲਰ ਸਾਹਿਬ ਨੂੰ ਮੇਲ ਕੀਤੀ ਸੀ। ਅਸੀਂ ਦੁਬਾਰਾ ਫੋਨ ਕੀਤਾ ਵਾਈਸ ਚਾਂਸਲਰ ਸਾਹਿਬ ਨੂੰ ਇਹ ਪੁੱਛਣ ਦੇ ਲਈ ਕਿ ਜਨਾਬ ਉਸ ਮੇਲ ਦਾ, ਉਸ ਸ਼ਿਕਾਇਤ ਦਾ ਆਖਰ ਬਣਿਆ ਕੀ। ਵਾਈਸ ਚਾਂਸਲਰ ਸਾਹਿਬ ਨੇ ਫੋਨ ਚੁੱਕਿਆ, ਕੀ ਕਿਹਾ, ਇੱਕ बार वो भी सुन लो। हेलो हेलो, हाँ जी नमस्कार सर। VC साहब गुड आफ्टरनून। हाँ बताएं कौन? हाँ सर, ठाकुर अमनदीप सिंह बात कर रहा हूँ जी, पत्रकार चंडीगढ़ से। अभी एक मीटिंग में मैं बैठा हूँ, मीटिंग में। सर कब कॉल करूँ आप बता दीजिए। हेलो, तहसीन प्रोफेसर राजकुमार जी वाइस चांसलर पंजाब यूनिवर्सिटी चंडीगढ़ थे, जो पहली रिपोर्ट वेले जो फोन किया उदों भी मीटिंग विच सी, हुण दूजी रिपोर्ट वेले फोन किया है तो अज भी मीटिंग विच ने। हैरानी इस गल दी है वाइस चांसलर साहब पता नहीं किहड़ियां मीटिंगां लई जा रहे ने जिथे दूजे पासे लगातार पंजाब यूनिवर्सिटी दे विच कोई ना कोई स्कैम हुंदा जा रहा है। हैरानी उदों भी हुंदी है जदों 1 साल पहला इस MBA एडमिशन स्कैम ਦੀ ਸ਼ਿਕਾਇਤ VC ਸਾਹਿਬ ਦੇ ਕੋਲ ਗਈ ਹੋਵੇ, ਉਹ ਵੀ BOC ਦੇ ਮੈਂਬਰ ਨੇ ਕੀਤੀ ਹੋਵੇ, ਬੱਚਿਆਂ ਨੇ ਕੀਤੀ ਹੋਵੇ ਥਰੂ ਪ੍ਰੋਫੈਸਰਸ, ਪਰ ਵਾਈਸ ਚਾਂਸਲਰ ਸਾਹਿਬ ਨੇ 1 ਸਾਲ ਕੋਈ ਵੀ ਕਾਰਵਾਈ ਆਖਰ ਨਹੀਂ ਕੀਤੀ। ਕਾਰਵਾਈ ਕਿਉਂ ਨਹੀਂ ਕੀਤੀ ਇਹ ਵੀ ਤੁਹਾਨੂੰ ਦੱਸਾਂਗੇ ਤੱਥਾਂ ਦੇ ਨਾਲ, ਪਰ ਉਦੋਂ ਜਦੋਂ VC ਸਾਹਿਬ ਇਹਨਾਂ ਮੀਟਿੰਗਾਂ ਦੇ ਵਿੱਚੋਂ ਵਿਹਲੇ ਹੋ ਕੇ ਆਪਣੇ ਦਫ਼ਤਰ 'ਚ ਬੈਠਣਗੇ। खैर इस तो बाद असी गल की SVC प्रोफेसर कश्मीर सिंह जी दे नाल, उन्होंने की कुछ कहा, तुसीं एक बार वो भी जरूर सुनो। हाँ जी कश्मीर सर गुड आफ्टरनून। हाँ जी कश्मीर सर गुड आफ्टरनून। गुड आफ्टरनून। ठाकुर अमनदीप सिंह गल कर रहे हैं जी। हाँ जी हाँ जी भैया जी। सर मेरी ना हुणे मैं VC साहब नूं कीता सी कॉल। अच्छा जी। ते उन्होंने फोन दा पिक कीता, नाम सुन के कहंदे मीटिंग 'च है। सेम रिप्लाई जिहड़ा 29 अगस्त नूं दित्ता सी उन्होंने। ते काइंडली तुसीं पुछ के मैनूं दस्सिओ मैं उन्हां नूं कॉल कदों करां जदों कि गल 2 मिनट कर सकन ओह। अच्छा किस रिलेशन च गल करनी सर? रिगार्डिंग MBA एडमिशन स्कैम ऑफ मिस्टर गारवी शर्मा सन ऑफ प्रोफेसर मीना शर्मा। अच्छा हाँ जी। नहीं VC साहब ਤੁਹਾਨੂੰ ਤਾਂ ਕਹੇ ਵੀ DPR ਨਾਲ ਗੱਲ ਕਰੋ, ਤੁਸੀਂ ਇਹਨਾਂ ਨੂੰ ਦੋ। DPR ਨੂੰ ਤਾਂ ਬੋਲਦੇ ਨਹੀਂ ਨਾ ਕੁਛ। ਅਸੀਂ VC ਸਾਹਿਬ ਕਸਟੋਡੀਅਨ ਨੇ, ਉਹਨਾਂ ਨੂੰ ਵੀ ਪਿਛਲੇ ਸਾਲ ਮੇਲ ਆਈ ਹੋਈ ਹੈ ਕੰਪਲੇਂਟ। ਅਸੀਂ ਉਹਨਾਂ ਨੂੰ ਵੀ ਪੁੱਛੀਏ ਨਾ ਤੁਸੀਂ ਐਕਸ਼ਨ ਕੀ ਲਿਆ। ਹੁਣ DPR ਦੇ ਕੋਲ ਕੁਛ ਹੈ ਹੀ ਨਹੀਂ, ਕਰਦਾ ਧਰਤਾ ਕੋਈ ਹੋਰ ਨਹੀਂ। ਤੁਸੀਂ DPR ਸਾਹਿਬ ਨੂੰ VC ਆਫਿਸ ਤੋਂ ਗਿਆ ਸੀ ਇੰਸਟਰਕਸ਼ਨਸ ਕੋਈ ਵੀ ਆਪਾਂ ਇਹ ਐਕਸ਼ਨ ਲਿਆ ਹੈ ਉਸ ਕੰਪਲੇਂਟ ਦੇ ਖਿਲਾਫ ਕੁਛ ਤਾਂ ਦੱਸਣ ਉਹ। ਸਰ DPR ਨੂੰ ਪੁੱਛ ਲਓ, ਤੁਸੀਂ ਰਿਟਨ ਚ ਦੇ ਦਿਓ ਤੁਹਾਨੂੰ ਕੀ ਚਾਹੀਦਾ, ਉਹ DPR ਆਫਿਸ ਆਪਣੇ ਕੋਆਰਡੀਨੇਟ ਕਰ ਲਏਗਾ। ਸਰ ਤੁਸੀਂ DPR ਸਾਹਿਬ ਨੂੰ ਪੁੱਛੋ ਤਾਂ ਅਸੀਂ ਕਿੰਨੀ ਵਾਰ ਦਿੱਤਾ ਹੋਇਆ ਹੈ ਰਿਟਨ ਚ। ਤਾਂ ਇਹ ਸੀ SVC प्रोफेसर कश्मीर सिंह जी। उन्होंने कहा भी DPR साहब तो, फिर DPR साहब ਨੂੰ ਵੀ ਅਸੀਂ ਦੁਬਾਰਾ ਫੋਨ ਲਗਾਇਆ, ਉਹਨਾਂ ਨੇ ਕੀ ਕਿਹਾ ਤੁਸੀਂ ਇੱਕ ਵਾਰ ਉਹਨਾਂ ਦਾ ਪੱਖ ਵੀ ਜ਼ਰੂਰ ਸੁਣ ਲਓ। ਅਮਨ ਜੀ ਦੇਖੋ ਤੁਸੀਂ ਸਵਾਲ ਪੁੱਛਿਆ, ਮੈਂ ਅਸੀਂ ਅੱਗੇ ਫਾਰਵਰਡ ਕਰਤਾ ਜੀ, ਅੱਗੇ ਤੋਂ ਨਹੀਂ ਜਵਾਬ ਆ ਰਿਹਾ ਦੈਟ ਇਜ਼ देयर ਟੇਕ। ਤਾਂ ਇਹ ਸੀ DPR ਡਾਕਟਰ ਗੌਰਵ ਗੌੜ ਜੀ। ਖੈਰ ਸਵਾਲ ਇਹ ਬਹੁਤ ਵੱਡਾ ਹੈ ਕਿ ਪ੍ਰੋਫੈਸਰ ਹਰੀਸ਼ ਜੀ ਜਿਨ੍ਹਾਂ ਦਾ ਜਵਾਬ ਦੇਣਾ ਬਣਦਾ ਸੀ ਫੋਨ ਕੱਟ ਕੇ, प्रोफेसर परमजीत कौर जी फोन कट के, प्रोफेसर राजकुमार जी वाइस चांसलर फोन कट के, प्रोफेसर कश्मीर सिंह जी फोन कट के। सवाल ये है जेकर तुसी फोन कटना ही है तो जनाब तुसी मोबाइल भत्ता क्यों लेने हो, तुसी क्यों मोबाइल अलाउंस लेने हो? ਤੁਹਾਨੂੰ मोबाइल अलाउंस मिलता है फोन चुकन का, लोगों के सवालों के जवाब देने का, ना कि फोन कट्टन का। नाले VC साहब ਤੁਹਾਨੂੰ पहली रिपोर्ट असी पहला ही आगाह किया तुहाडे बारे गल्लां हुंदियां ने जनाब
ਤੁਹਾਡੇ ਕਾਰਜਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਦੀ ਰੈਂਕਿੰਗ ਡਾਊਨ ਆਈ ਹੈ, ਡਿੱਗੀ ਹੈ, ਇਹ ਤੁਹਾਨੂੰ ਵੀ ਪਤਾ ਹੈ। ਤੇ ਜਨਾਬ ਜਿਹੜੇ ਤੁਹਾਡੇ ਕਿੱਸੇ ਨੇ ਜਿਨ੍ਹਾਂ ਦੀ ਚਰਚਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਹੁੰਦੀ ਹੀ ਸੀ, ਹੁਣ ਯੂਨੀਵਰਸਿਟੀ ਦੇ ਬਾਹਰ ਨਿਕਲ ਕੇ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਹੈ। ਜੇ ਉਹ ਚਰਚਾ ਤੇ ਪੰਜਾਬ ਯੂਨੀਵਰਸਿਟੀ ਦੇ ਸਕੈਮ ਘੁਟਾਲੇ ਨੈਕ ਦੀ ਟੀਮ ਦੇ ਕੰਨਾਂ ਦੇ ਵਿੱਚ ਪਹੁੰਚੇ, ਜੋ ਕੁਝ ਦਿਨਾਂ ਦੇ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣ ਵਾਲੀ ਹੈ, ਤਾਂ ਕਿਤੇ ਇਹ ਨਾ ਹੋਵੇ ਕਿ ਲੋਕਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਲਈ, ਜੋ ਕਿ 140 ਸਾਲ ਪੁਰਾਣੀ ਯੂਨੀਵਰਸਿਟੀ ਹੈ, ਉਸ ਦੇ ਲਈ ਤੇ ਘੁਟਾਲੇ ਕਰਨ ਵਾਲਿਆਂ ਦੇ ਲਈ ਇਹ ਕਹਿਣਾ ਪਵੇ ਕਿ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ, ਕੀ ਕਰੀਏ।